ਹੈਲੋ ਸਟੂਡੈਂਟਸ, ਅੱਜ ਅਸੀਂ ਕਰਾਂਗੇ 6th ਕਲਾਸ ਦਾ 9th ਚੈਪਟਰ ਦ ਲਿਵਿੰਗ ਆਰਗੈਨਿਜ਼ਮ ਐਂਡ देयर ਸਰਾਊਂਡਿੰਗ। ਇਸ ਚੈਪਟਰ ਦੇ ਵਿੱਚ ਅਸੀਂ ਲਿਵਿੰਗ ਆਰਗੈਨਿਜ਼ਮ ਅਤੇ ਉਹਨਾਂ ਦੇ ਆਲੇ ਦੁਆਲੇ ਜੋ ਫੈਕਟਰ ਉਹਨਾਂ ਨੂੰ ਅਫੈਕਟ ਕਰਦੇ ਉਹਨਾਂ ਬਾਰੇ ਪੜਾਂਗੇ। ਤਾਂ ਦੇਖੋ, ਲਾਈਫ ਐਗਜ਼ਿਸਟ ਐਵਰੀਵੇਅਰ ਔਨ ਅਰਥ। You will find different type of plants and animals on their different region of earth। ਤਾਂ ਲਾਈਫ ਕੀ ਹੈਗੀ, ਐਨੀਵੇਅਰ, ਹਰ ਥਾਂ 'ਤੇ ਕੀ ਹੈਗੀ, ਐਗਜ਼ਿਸਟ ਕਰਦੀ ਹੈ ਧਰਤੀ ਦੇ ਉੱਪਰ। ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਪਲਾਂਟਸ ਅਤੇ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਕੀ ਹੈਗੇ ਅਲੱਗ-ਅਲੱਗ ਰੀਜ਼ਨ ਦੇ ਵਿੱਚ ਦੇਖੇ ਹੋਣਗੇ। ਦੇਅਰ ਆਰ ਟਰੀ ਲਾਈਕ ਪਾਈਨ, ਓਕ ਐਂਡ ਐਨੀਮਲ ਲਾਈਕ ਬੀਅਰ ਇਨ ਅ ਕੋਲਡ ਕਲਾਈਮੇਟ ਆਫ ਹਿਮਾਲਿਆ। ਹਿਮਾਲਿਆ ਦੇ ਵਿੱਚ ਤੁਸੀਂ ਪਾਈਨ ਅਤੇ ਓਕ ਵਰਗੇ ਟਰੀਜ਼ ਦੇਖੇ ਹੋਣਗੇ ਅਤੇ ਉੱਥੇ ਸਾਨੂੰ ਕੀ ਹੈਗੇ ਪੋਲਰ ਬੀਅਰ ਦੇਖਣ ਨੂੰ ਵੀ ਮਿਲਦੇ ਹੈਗੇ। There are animals like camel, goat and plant like cactus in warm climate of Rajasthan. Even sea has life in the form of fishes, whale, shark etc. ਤਾਂ ਅਸੀਂ ਅਗਰ ਰਾਜਸਥਾਨ ਦੀ ਗੱਲ ਕਰਦੇ ਹਾਂ ਤਾਂ ਰਾਜਸਥਾਨ ਦੇ ਵਿੱਚ ਸਾਨੂੰ ਕੀ ਹੈਗੇ ਕੈਕਟਸ ਵਰਗੇ ਪਲਾਂਟਸ ਜਿਨ੍ਹਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈਗੀ ਅਤੇ ਕੈਮਲ ਵਰਗੇ ਐਨੀਮਲਸ ਜੋ ਕਿ ਹੈਗੇ ਕਾਫੀ ਦਿਨਾਂ ਤੱਕ ਬਿਨਾਂ ਪਾਣੀ ਪੀਤੇ ਰਹਿ ਸਕਦੇ ਹੈਗੇ, ਉਵੇਂ ਦੇ ਸਾਨੂੰ ਕੀ ਹੈਗੇ ਐਨੀਮਲਸ ਮਿਲਦੇ ਹੈਗੇ। ਨੈਕਸਟ ਦੇਖੋ, all these living beings look different from one another yet they have certain common characteristics which differentiate them from non-living beings। ਜੋ ਇਹ ਜਾਨਵਰ ਜਾਂ ਪਲਾਂਟਸ ਹੈਗੇ ਇਹ ਸਾਨੂੰ ਦੇਖਣ ਦੇ ਵਿੱਚ ਇੱਕ ਦੂਜੇ ਤੋਂ ਅਲੱਗ ਲੱਗਦੇ ਆ, ਬਟ ਫਿਰ ਵੀ ਇਹਨਾਂ ਦੇ ਵਿੱਚ ਕੀ ਕੁਝ ਕੁ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਜੋ ਇੱਕ ਦੂਜੇ ਨਾਲ ਕੀ ਕਰਦੀਆਂ ਮੈਚ ਕਰਦੀਆਂ, ਠੀਕ ਹੈ। ਅਤੇ ਉਹੀ ਵਿਸ਼ੇਸ਼ਤਾਵਾਂ ਇਹਨਾਂ ਨੂੰ ਨੋਨ ਲਿਵਿੰਗ ਥਿੰਗਸ ਤੋਂ ਕੀ ਕਰਦੀਆਂ ਡਿਫਰੈਂਸ਼ੀਏਟ ਕਰਦੀਆਂ। नेक्स्ट देखो, लेट्स मेक अ लिस्ट ऑफ डिफरेंट लिविंग एंड नॉन लिविंग ऑब्जेक्ट इन आवर डेली लाइफ। देयर आर एनिमल्स लाइक फ्रॉग, फिश, काओ, जैबरा, डॉग, कैट, बर्ड, इंसैक्ट, थिंग्स लाइक वाटर एक्सैक्ट्रा। ठीक है, तो असी अगर एक छोटी जी एक्टिविटी करके देखिए कि असी की करांगे कि अपने सराउंडिंग्स ਦੇ ਵਿੱਚ ਕੁਝ ਲਿਵਿੰਗ ਚੀਜ਼ਾਂ ਦੇ ਨਾਮ ਕਲੈਕਟ ਕਰਾਂਗੇ, ਉਹਨਾਂ ਦੀ ਲਿਸਟ ਬਣਾਵਾਂਗੇ ਅਤੇ ਫਿਰ ਕੀ ਕਰਾਂਗੇ ਕੁਛ ਕੁ ਨੋਨ ਲਿਵਿੰਗ ਦਾ। ਦੇਖੋ ਨੀਚੇ ਤੁਹਾਨੂੰ ਟੇਬਲ ਦਿੱਤਾ ਗਾ, ਫਸਟ ਟੇਬਲ ਦੇ ਵਿੱਚ ਕੀ ਹੈਗੇ ਲਿਵਿੰਗ ਔਰਗੈਨਿਜ਼ਮ ਦਿੱਤੇ ਹੈ, ਜਿਵੇਂ ਮਸ਼ਰੂਮ, ਠੀਕ ਹੈ, ਇਹ ਇੱਕ ਕਾਹਦੀ ਹੈਗੀ ਫੰਜਾਈ ਦੀ ਕੈਟਾਗਰੀ ਹੈ। ਟਰੀਜ਼ ਹੋ ਗਏ, ਪਲਾਂਟਸ, ਕ੍ਰੋਕੋਡਾਈਲ, ਬਰਡ, ਫਰੋਗ, ਫਿਸ਼, ਜੈਬਰਾ, ਫਲਾਵਰਿੰਗ ਪਲਾਂਟਸ ਐਕਸੈਕਟਰਾ। ਇਹ ਸਾਰੇ ਕੀ ਹੈਗੇ ਲਿਵਿੰਗ ਔਰਗੈਨਿਜ਼ਮ ਦੀ ਕੈਟਾਗਰੀਜ਼ ਦੇ ਵਿੱਚ ਆਉਂਦੇ। ਨੈਕਸਟ ਦੇਖੋ, ਤੁਸੀਂ ਆਪਣੇ ਆਲੇ ਦੁਆਲੇ ਟੈਡੀ, ਬॉल, ਡੋਲ, ਚੇਅਰ, ਕਲਾਊਡ, ਠੀਕ ਹੈ, ਸਟੇਕ ਬੋਰਡ, ਇਹ ਸਾਰੇ ਵਗੈਰਾ ਕੀ ਹੈਗੇ ਦੇਖੇ ਹੋਣਗੇ। ਅਗਰ ਅਸੀਂ ਆਪਣੀ ਕਲਾਸ ਰੂਮ ਦੇ ਵਿੱਚ ਦੇਖੀਏ ਤਾਂ ਕਲਾਸਰੂਮ ਦੇ ਵਿੱਚ ਵੀ ਬਹੁਤ ਸਾਰੀਆਂ ਨੋਨ ਲਿਵਿੰਗ ਚੀਜ਼ਾਂ ਸਾਨੂੰ ਕੀ ਹੈਗੀਆਂ ਦੇਖਣ ਨੂੰ ਮਿਲਦੀਆਂ, ਜਿਵੇਂ ਫੋਰ ਐਗਜ਼ਾਮਪਲ ਚੇਅਰ, ਟੇਬਲ, ਤੁਹਾਡਾ ਸਕੂਲ ਬੈਗ, ਠੀਕ ਹੈ, ਸਕੂਲ ਬੈਗ ਦੇ ਵਿੱਚ ਨੋਟਬੁੱਕਸ, ਬੁੱਕਸ, ਪੈਨ, ਪੈਨਸਿਲ, ਇਰੇਜ਼ਰ, ਇਹ ਆਲ ਥਿੰਗਸ ਕੀ ਹੈਗੀਆਂ ਸਾਰੀਆਂ ਨੋਨ ਲਿਵਿੰਗ ਹੁੰਦੀਆਂ। ਨੈਕਸਟ ਦੇਖੋ, ਡਿਫਰੈਂਸ਼ੀਏਟ ਬਿਟਵੀਨ ਲਿਵਿੰਗ ਐਂਡ ਨੋਨ ਲਿਵਿੰਗ ਬੀਇੰਗਸ। ਤਾਂ ਅਗਰ ਅਸੀਂ ਡਿਫਰੈਂਸ਼ੀਏਟ ਕਰੀਏ ਕਿ ਤੁਸੀਂ ਕਿਸੇ ਥਿੰਗਸ ਨੂੰ ਕਿਵੇਂ ਦੱਸ ਸਕਦੇ ਹੋ ਕਿ ਉਹ ਲਿਵਿੰਗ ਹੈ ਜਾਂ ਨੋਨ ਲਿਵਿੰਗ ਹੈ। ਤਾਂ ਫਸਟ ਦੇਖੋ, ਫਸਟ ਜੋ ਕਰੈਕਟਰਿਸਟਿਕਸ ਉਹ ਕੀ ਹੈਗਾ ਮੂਵਮੈਂਟ। ਲਿਵਿੰਗ ਬੀਇੰਗ ਸ਼ੋ ਮੂਵਮੈਂਟਸ ਆਫ ਪਾਰਟ ਆਫ ਦੇਅਰ ਬੋਡੀ। ਜੋ ਲਿਵਿੰਗ ਚੀਜ਼ਾਂ ਹੋਣਗੀਆਂ ਉਹਨਾਂ ਦੇ ਵਿੱਚ ਤੁਹਾਨੂੰ ਕੀ ਹੈਗੇ ਮੂਵਮੈਂਟ ਨਜ਼ਰ ਆਊਗੀ। ਜਿਵੇਂ ਅਗਰ ਤੁਸੀਂ ਪਲਾਂਟਸ ਦੀ ਗੱਲ ਕਰਦੇ ਹੋ, ਪਲਾਂਟਸ ਇੱਕ ਥਾਂ ਤੋਂ ਦੂਜੀ ਥਾਂ 'ਤੇ ਮੂਵ ਨਹੀਂ ਕਰ ਸਕਦੇ, ਬਟ ਉਹ ਆਪਣੇ ਜੋ ਬੋਡੀ ਪਾਰਟਸ ਹੈ ਉਹਨਾਂ ਦੀ ਮੂਵਮੈਂਟ ਕਰ ਸਕਦੇ, ਉਹਨਾਂ ਨੂੰ ਹਿਲਾ ਸਕਦੇ ਹੈਗੇ, ਠੀਕ ਹੈ। ਤਾਂ ਨੈਕਸਟ ਦੇਖੋ, ਨੋਨ ਲਿਵਿੰਗ ਬੀਇੰਗਸ ਨੈਵਰ ਮੂਵ ਔਨ ਦੇਅਰ ਓਨ ਐਫਰਟ। ਨੋਨ ਲਿਵਿੰਗ ਚੀਜ਼ਾਂ ਉਹ ਹੁੰਦੀਆਂ ਜੋ ਆਪਣੀ ਐਫਰਟ ਨਾਲ ਕੀ ਮੂਵ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਆਪਣੀ ਨੋਟਬੁੱਕ, ਆਪਣਾ ਸਕੂਲ ਬੈਗ, ਅਗਰ ਅਸੀਂ ਆਪਣੇ ਸਕੂਲ ਬੈਗ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਨਹੀਂ ਰੱਖਾਂਗੇ ਤਾਂ ਉਹ ਕੀ ਹੈਗਾ ਇੱਕ ਹੀ ਥਾਂ 'ਤੇ ਕੀ ਹੈਗਾ ਪਿਆ ਰਹਿੰਦਾ ਗਾ। ਨੈਕਸਟ ਦੇਖੋ, ਜੋ ਸੈਕਿੰਡ ਕਰੈਕਟਰਿਸਟਿਕਸ ਹੈ ਗਰੋਥ। ਲਿਵਿੰਗ ਬੀਇੰਗ ਗਰੋ, ਜੋ ਜਿਉਂਦੇ ਜਾਗਦੇ ਜੀਵ ਹੈਗੇ ਉਹ ਕੀ ਕਰਦੇ ਹੈਗੇ ਗਰੋ ਕਰਦੇ ਆ, ਠੀਕ ਹੈ। ਬਟ ਨੋਨ ਲਿਵਿੰਗ ਬੀਇੰਗਸ ਡੂ ਨੋਟ ਸ਼ੋ ਐਨੀ ਗਰੋਥ। ਬਟ ਜੋ ਨੋਨ ਲਿਵਿੰਗ ਥਿੰਗਸ ਹੈਗੀਆਂ ਉਹ ਗਰੋਥ ਨਹੀਂ ਸ਼ੋ ਕਰਦੀਆਂ। ਫੋਰ ਐਗਜ਼ਾਮਪਲ ਦੇਖੋ, ਤੁਸੀਂ ਕੋਈ ਐਨੀਮਲਸ, ਠੀਕ ਹੈ, ਜਿਸ ਕਹਿੰਦੇ ਯੰਗ ਵਨਸ ਦੇਖਿਆ ਹੋਊਗਾ, ਜਿਵੇਂ ਫੋਰ ਐਗਜ਼ਾਮਪਲ ਅਗਰ ਅਸੀਂ ਕੈਟ ਦਾ ਕਿਟਨ ਦੇਖਦੇ ਹਾਂ ਤਾਂ ਓਕੇ ਜਦੋਂ ਉਹਦਾ ਬਰਥ ਹੁੰਦਾ ਉਹ ਬਹੁਤ ਛੋਟਾ ਹੁੰਦਾ ਵਾ, ਤਾਂ ਉਹ ਟਾਈਮ ਟੂ ਟਾਈਮ ਕੀ ਹੈਗਾ ਗਰੋ ਕਰਦਾ ਗਾ, ਤਾਂ ਉਹਦਾ ਸਾਈਜ਼, ਠੀਕ ਹੈ, ਉਹਦੇ ਬੋਡੀ ਪਾਰਟ ਸਾਰੇ ਕੀ ਹੈਗੇ ਸਾਈਜ਼ ਦੇ ਵਿੱਚ ਵੱਡੇ ਹੁੰਦੇ ਹੈਗੇ ਅਤੇ ਉਹਨਾਂ ਦੀ ਫੰਕਸ਼ਨਿੰਗ ਵੀ ਕੀ ਹੁੰਦੀ ਹੈ ਇੰਪਰੂਵ ਹੁੰਦੀ ਹੈ। ਨੈਕਸਟ ਦੇਖੋ, ਬਟ ਕੋਈ ਵੀ ਨੋਨ ਲਿਵਿੰਗ ਚੀਜ਼ ਕੀ ਹੈਗੀ ਗਰੋ ਨਹੀਂ ਕਰਦੀ। ਫੋਰ ਐਗਜ਼ਾਮਪਲ ਇਹ ਸਾਡਾ ਪੈਨ ਹੈ, ਇਹ ਪੈਨ ਕੀ ਹੈਗਾ ਜਿੱਦਾਂ ਤੁਸੀਂ ਇਹਨੂੰ ਲੈ ਕੇ ਆਉਂਦੇ ਹੋ, ਠੀਕ ਹੈ, ਮੰਨ ਲਓ ਅਸੀਂ ਦੁਕਾਨ ਤੋਂ ਕੋਈ ਪੈਨ ਜਾਂ ਪੈਨਸਿਲ ਲੈ ਕੇ ਆਉਂਦੇ ਹੋ, ਉਹ ਅਸੀਂ ਸਾਡੇ ਕੋਲ ਚਾਹੇ ਕਿੰਨਾ ਵੀ ਟਾਈਮ ਰਹੇ, ਠੀਕ ਹੈ, ਅਸੀਂ ਉਹਨੂੰ ਹਵਾ ਦੇ ਵਿੱਚ ਰੱਖੀਏ, ਪਾਣੀ ਦੇ ਵਿੱਚ ਰੱਖੀਏ, ਉਹਦਾ ਸਾਈਜ਼ ਜਾਂ ਉਹਦੇ ਕੀ ਫੰਕਸ਼ਨਿੰਗ ਚੇਂਜ ਨਹੀਂ ਹੁੰਦੀ ਗੀ।
ਨੈਕਸਟ ਹੈਗਾ ਰਿਪਰੋਡਕਸ਼ਨ। ਲਿਵਿੰਗ ਬੀਇੰਗਸ ਰੀਪਰੋਡਿਊਸ। ਲਿਵਿੰਗ ਬੀਇੰਗਸ ਕੀ ਕਰਦੇ ਹੈਗੇ, ਰੀਪਰੋਡਿਊਸ ਕਰਦੇ ਆ। ਇਟ ਮੀਨਸ ਉਹ ਆਪਣੇ ਵਰਗੇ ਹੋਰ ਨਵੇਂ ਜੀਵਾਂ ਨੂੰ ਕੀ ਕਰਦੇ ਹੈਗੇ, ਪੈਦਾ ਕਰਦੇ। ਬਟ ਨॉन ਲਿਵਿੰਗ ਬੀਇੰਗ ਡਜ਼ ਨॉट ਰੀਪਰੋਡਿਊਸ। ਬਟ ਨॉन ਲਿਵਿੰਗ ਥਿੰਗਸ ਕੀ ਹੈ, ਰੀਪਰੋਡਿਊਸ ਨਹੀਂ ਕਰਨੀਆਂ। ਤਾਂ ਫਿਰ ਸੇਮ ਉਹ ਐਗਜ਼ਾਮਪਲ, ਅਗਰ ਆਪਣੇ ਕੋਲ ਇੱਕ ਪੈਨਸਿਲ ਹੈ ਤਾਂ ਉਹ ਬਿਨਾਂ ਕਿਸੇ ਐਫਰਟ ਤੋਂ ਇੱਕ ਹੀ ਰਹੂਗੀ, ਠੀਕ ਹੈ। ਉਹ ਆਪਣੇ ਵਰਗੀ ਹੋਰ ਨਵੀਂ ਪੈਨਸਿਲ ਕੀ ਪੈਦਾ ਨਹੀਂ ਕਰ ਸਕਦੀ। ਨੈਕਸਟ ਹੈ ਸੈਂਸਿਟੀਵਿਟੀ। ਲਿਵਿੰਗ ਬੀਇੰਗਸ ਕੈਨ ਫੀਲ। ਜੋ ਲਿਵਿੰਗ ਬੀਇੰਗਸ ਉਹ ਫੀਲ ਕਰ ਸਕਦੇ ਆ। ਫੋਰ ਐਗਜ਼ਾਮਪਲ ਹਿਊਮਨ ਬੀਇੰਗ ਨੂੰ ਗਰਮੀ ਫੀਲ ਹੁੰਦੀ ਹੈ, ਠੀਕ ਹੈ, ਸਰਦੀ ਫੀਲ ਹੁੰਦੀ ਹੈਗੀ, ਉਹਨੂੰ ਕੋਈ ਕਿਤੇ ਕਿਸੇ ਬੋਡੀ ਪਾਰਟ ਦੇ ਵਿੱਚ ਪੇਨ ਹੋਵੇ ਤਾਂ ਉਹ ਵੀ ਉਹਨੂੰ ਫੀਲ ਹੁੰਦਾ ਗਾ। ਬਟ ਨॉन ਲਿਵਿੰਗ ਥਿੰਗ ਕੈਨ ਨॉट ਫੀਲ। ਬਟ ਨॉन ਲਿਵਿੰਗ ਥਿੰਗਸ ਕੀ ਫੀਲ ਨਹੀਂ ਕਰਦੇ। ਅਸੀਂ ਇਸ ਪੈਨ ਨੂੰ ਸਰਦੀ 'ਚ ਰੱਖੀਏ, ਗਰਮੀ 'ਚ ਰੱਖੀਏ ਤਾਂ ਇਹਨੂੰ ਕੀ ਕੁਝ ਵੀ ਫੀਲ ਨਹੀਂ ਹੁੰਦਾ ਗਾ। ਨੈਕਸਟ ਦੇਖੋ ਰੈਸਪੀਰੇਸ਼ਨ। ਲਿਵਿੰਗ ਬੀਇੰਗਸ ਰੈਸਪਾਇਰ। ਰੈਸਪੀਰੇਸ਼ਨ ਹੁੰਦਾ ਗਾ ਰਾਜੇ ਸਾਹ ਲੈਣ ਦੀ ਕਿਰਿਆ। ਤਾਂ ਲਿਵਿੰਗ ਬੀਇੰਗਸ ਕੀ ਕਰਦੇ ਹੈਗੇ, ਰੈਸਪਾਇਰ ਕਰਦੇ। ਅਸੀਂ ਪੜ੍ਹਿਆ ਗਾ ਕਿ ਹਰ ਜੀਵ ਜੰਤੂ ਮਤਲਬ ਹਰ ਜਾਨਵਰ ਕੀ ਹੈਗਾ, ਰੈਸਪਾਇਰ ਕਰਦਾ ਗਾ, ਸਾਹ ਲੈਂਦਾ ਗਾ। ਬਟ ਕੋਈ ਵੀ ਨॉन ਲਿਵਿੰਗ ਥਿੰਗਸ ਕੀ ਹੈਗੀ, ਰੈਸਪਾਇਰ ਨਹੀਂ ਕਰਦੀ। ਤਾਂ ਸਾਡੇ ਨੇੜੇ ਤੇੜੇ ਸਾਡੇ ਬੈਗ ਦੇ ਵਿੱਚ, ਕਲਾਸਰੂਮ ਦੇ ਵਿੱਚ ਕੋਈ ਵੀ ਨॉन ਲਿਵਿੰਗ ਥਿੰਗਸ ਕੀ ਹੈਗੀ, ਰੈਸਪਾਇਰ ਨਹੀਂ ਕਰਦੀ। ਈਵਨ ਕਿ ਪੂਰੇ ਵਰਲਡ ਦੇ ਵਿੱਚ ਕੋਈ ਵੀ ਨॉन ਲਿਵਿੰਗ ਥਿੰਗ ਰੈਸਪਾਇਰ ਨਹੀਂ ਕਰਦੀ। ਨੈਕਸਟ ਹੈ ਐਕਸਕ੍ਰੀਸ਼ਨ। ਐਕਸਕ੍ਰੀਸ਼ਨ ਉਹ ਪ੍ਰੋਸੈਸ ਹੈ ਜਿਸ ਦੇ ਰਾਹੀਂ ਕੀ ਹੈਗੇ, ਲਿਵਿੰਗ ਬੀਇੰਗਸ ਆਪਣਾ ਜੋ ਬੋਡੀ ਦੇ ਵਿੱਚ ਦਾ ਵੇਸਟ ਮਟੀਰੀਅਲ ਹੈ ਉਹਨੂੰ ਕੀ ਕਰਦੇ ਆ, ਬੋਡੀ ਤੋਂ ਬਾਹਰ ਕੱਢਦੇ ਹੈਗੇ, ਠੀਕ ਹੈ। ਤਾਂ ਜੋ ਲਿਵਿੰਗ ਬੀਇੰਗਸ ਹੁੰਦੇ ਹੈਗੇ ਉਹਨਾਂ ਦੀ ਬੋਡੀ ਦੇ ਵਿੱਚ ਬਹੁਤ ਸਾਰੀਆਂ ਕੀ ਹੈਗੀਆਂ ਪ੍ਰੋਸੈਸਿਸ ਹੁੰਦੇ ਹੈਗੇ, ਮੈਟਾਬੋਲਿਕ, ਠੀਕ ਹੈ, ਐਕਟੀਵਿਟੀਜ਼ ਹੁੰਦੀਆਂ ਹੈਗੀਆਂ। ਤਾਂ ਉਹਦੇ ਵਿੱਚ ਕੀ ਹੈਗੇ ਬਹੁਤ ਸਾਰਾ ਵੇਸਟ ਪ੍ਰੋਡਿਊਸ ਹੁੰਦਾ ਗਾ ਅਤੇ ਉਸ ਵੇਸਟ ਨੂੰ ਬੋਡੀ ਤੋਂ ਬਾਹਰ ਐਗਜ਼ਿਟ ਕਰਨਾ ਕੀ ਹੈਗਾ, ਐਕਸਕ੍ਰੀਸ਼ਨ ਅਖਵਾਉਂਦਾ ਤਾ। ਐਕਸਕ੍ਰੀਸ਼ਨ ਨॉन ਲਿਵਿੰਗ ਵਿੱਚ ਤਾਂ ਹੁੰਦੀ ਹੈ ਬਟ ਨॉन ਲਿਵਿੰਗ ਦੇ ਵਿੱਚ ਐਕਸਕ੍ਰੀਸ਼ਨ ਦਾ ਪ੍ਰੋਸੈਸ ਨਹੀਂ ਹੁੰਦਾ ਗਾ। ਨੈਕਸਟ ਹੈ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਕੀ ਹੁੰਦਾ ਗਾ ਕਿ ਜੋ ਲਿਵਿੰਗ ਬੀਇੰਗਸ ਆ ਉਹਨਾਂ ਨੂੰ ਕੀ ਚਾਹੀਦਾ ਹੁੰਦਾ ਗਾ, ਫੂਡ ਚਾਹੀਦਾ ਹੁੰਦਾ ਗਾ। ਤਾਂ ਉਸ ਪ੍ਰੋਸੈਸ ਨੂੰ ਅਸੀਂ ਕੀ ਬੋਲ ਦਿਆਂਗੇ, ਨਿਊਟ੍ਰੀਸ਼ਨ ਦਾ ਪ੍ਰੋਸੈਸ। ਬਟ ਨॉन ਲਿਵਿੰਗ ਥਿੰਗਸ ਨੂੰ ਫੂਡਸ ਨਹੀਂ ਚਾਹੀਦਾ ਹੁੰਦਾ, ਠੀਕ ਹੈ। ਅਸੀਂ ਕਦੇ ਵੀ ਕਿਸੇ ਪੈਨਸਿਲ, ਨੋਟਬੁੱਕ, ਟੇਬਲ ਨੂੰ ਕਦੇ ਵੀ ਕੋਈ ਖਾਣਾ ਖਾਂਦੇ ਨਹੀਂ ਦੇਖਿਆ ਗਾ। ਇਟ ਮੀਨਸ ਨॉन ਲਿਵਿੰਗ ਥਿੰਗਸ ਨੂੰ ਫੂਡ ਨਹੀਂ ਚਾਹੀਦਾ ਹੁੰਦਾ। ਨੈਕਸਟ ਦੇਖੋ ਸਟੂਡੈਂਟਸ, ਲੈਟਸ ਸਟੱਡੀ ਅਬਾਊਟ ਦਾ ਕਰੈਕਟਰਸ ਵਿਚ ਡਿਫਰੈਂਸ਼ੀਏਟ ਲਿਵਿੰਗ ਬੀਇੰਗਸ ਫਰੋਮ ਦਾ ਨॉन ਲਿਵਿੰਗ ਥਿੰਗਸ। ਤਾਂ ਦੇਖੋ ਹੁਣ ਅਸੀਂ ਪੜ੍ਹਾਂਗੇ ਉਹਨਾਂ ਵਿਸ਼ੇਸ਼ਤਾਵਾਂ ਬਾਰੇ ਜੋ ਕੀ ਹੈਗੀਆਂ ਇੱਕ ਲਿਵਿੰਗ ਬੀਇੰਗਸ ਨੂੰ ਦੂਜੇ ਨॉन ਲਿਵਿੰਗ ਬੀਇੰਗਸ ਤੋਂ ਕੀ ਕਰਦੇ ਹੈਗੀਆਂ, ਡਿਫਰੈਂਸ਼ੀਏਟ ਕਰਦੇ ਹੈਗੇ। ਮਤਲਬ ਹੁਣ ਅਸੀਂ ਉਹ ਵਾਲੀਆਂ ਕਰੈਕਟਰਸ ਉਹ ਵਾਲੀ ਵਿਸ਼ੇਸ਼ਤਾਵਾਂ ਪੜ੍ਹਾਂਗੇ ਜਿਨ੍ਹਾਂ ਦੇ ਬਾਰੇ ਅਗਰ ਅਸੀਂ ਜਾਣਦੇ ਹਾਂ ਤਾਂ ਸਾਨੂੰ ਪਤਾ ਲੱਗ ਸਕਦਾ ਗਾ ਕਿ ਕਿਹੜੀ ਚੀਜ਼ ਲਿਵਿੰਗ ਹੈ ਅਤੇ ਕਿਹੜੀ ਚੀਜ਼ ਕੀ ਹੈਗੀ, ਨॉन ਲਿਵਿੰਗ ਹੈ। ਤਾਂ ਫਸਟ ਦੇਖੋ, ਫਸਟ ਕਰੈਕਟਰ ਕੀ ਹੈਗਾ, ऑल लिविंग बींग्स आर मेड अप ऑफ सेल्स। कि हर एक जो लिविंग चीज़ है, ठीक है, हर एक जो लिविंग बींग है, चाहे वो एनिमल है, चाहे प्लांट है, चाहे कोई छोटा की हैगा माइक्रो ऑर्गेनिज्म है, वो हमेशा किहदे तो बनया हुंदा गा, सैल्स तो बनया हुंदा गा। तो देखो अ वॉल इज़ मेड अप ऑफ ब्रिक्स, सो ब्रिक्स आर द यूनिट ऑफ कंस्ट्रक्शंस। अगर कोई वॉल, ठीक है, चाहे वो अपने घर की वॉल है या स्कूल की हैगी, कोई भी वॉल है वो काहतों बनी हुंदी हैगी, ब्रिक्स तो बनी हुंदी। मतलब जो कंध हैगी वो काहतों बनी हुंदी है, इट्टां तो बनी हुंदी है। तो जिहड़ी इट्ट है वो की हैगी ਉਹਦੀ ਕੰਸਟਰਕਸ਼ਨਲ ਯੂਨਿਟ ਹੈ, ਮੀਨਸ ਇੱਟਾਂ ਨੂੰ ਜੋੜ ਕੇ ਕੀ ਬਣਦੀ ਹੈਗੀ, ਕੰਧ ਬਣਦੀ ਹੈ। ਸਿਮਿਲਰਲੀ ਆਲ ਲਿਵਿੰਗ ਆਰਗੈਨਿਜ਼ਮ ਆਰ ਮੇਡ ਅਪ ਆਫ ਸਮॉल ਰਿਪੀਟਿੰਗ ਯੂਨਿਟ ਕਾਲਡ ਸੈੱਲ। ਉਸੇ ਹੀ ਤਰ੍ਹਾਂ ਜੋ ਇੱਕ ਵੱਡਾ ਲਿਵਿੰਗ ਆਰਗੈਨਿਜ਼ਮ ਹੈ, ਠੀਕ ਹੈ, ਚਾਹੇ ਉਹ ਮਾਈਕਰੋ ਹੈਗਾ, ਈਵਨ ਕਿ ਮਾਈਕਰੋ ਵੀ ਕੀ ਹੈਗੇ ਸੈਲਸ ਤੋਂ ਬਣੇ ਹੁੰਦੇ ਆ। ਮਤਲਬ ਕੋਈ ਵੀ ਲਿਵਿੰਗ ਆਰਗੈਨਿਜ਼ਮ ਕੀ ਹੈਗਾ ਇੱਕ ਛੋਟੀ ਛੋਟੀ ਯੂਨਿਟਸ ਤੋਂ ਮਿਲ ਕੇ ਬਣਿਆ ਹੁੰਦਾ ਗਾ ਅਤੇ ਅਸੀਂ ਉਹ ਸਮੋਲੈਸਟ ਯੂਨਿਟਸ ਨੂੰ ਕੀ ਬੋਲ ਦਿਆਂਗੇ, ਸੈੱਲ ਬੋਲਦੇ ਹਾਂ। ਸਮ organisms are made of only one cell, these are called unicellular organism। ਕਈ ਆਰਗੈਨਿਜ਼ਮ, ਕਈ ਜੀਵ ਜੰਤੂ ਇਹੋ ਜਿਹੇ ਹੁੰਦੇ ਆ ਕਿ ਜਿਨ੍ਹਾਂ ਦੀ ਪੂਰੀ ਬੋਡੀ ਕੀ ਹੁੰਦੀ ਹੈ, ਸਿਰਫ ਇੱਕ ਸਿੰਗਲ ਸੈੱਲ ਦੀ ਬਣੀ ਹੁੰਦੀ ਹੈ। ਉਹਨਾਂ ਆਰਗੈਨਿਜ਼ਮ ਨੂੰ ਅਸੀਂ ਕੀ ਬੋਲ ਦਿਆਂਗੇ, ਯੂਨੀਸੈਲੂਲਰ ਆਰਗੈਨਿਜ਼ਮ। ਫੋਰ ਐਗਜ਼ਾਮਪਲ ਅਮੀਬਾ, ਪੈਰਾਮੀਸ਼ੀਅਮਸ, ਇਹ ਦੋਨੋਂ ਜਾਂ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਮਾਈਕਰੋ ਆਰਗੈਨਿਜ਼ਮ ਹੁੰਦੇ ਆ ਜੋ ਕਿ ਇਹਦੀ ਕੈਟਾਗਰੀ 'ਚ ਆਉਂਦੇ ਹੈਗੇ ਯੂਨੀਸੈਲੂਲਰ ਆਰਗੈਨਿਜ਼ਮ ਸੀ। नेक्स्ट देखो द लिविंग थिंग्स मेड अप ऑफ अ लार्ज नंबर ऑफ सैल्स कॉल्ड मल्टी सैलूलर ऑर्गेनिज्म। तो कोई भी वो जीव जंतु या फिर कोई भी, ठीक है, जिਉਂਦਾ जागदा जीव जो की हैगा बहुत सारे सैल्स तो बनया ਹੁੰਦਾ ਸੀ, ਉਹਨੂੰ ਕੀ ਬੋਲ ਦਿਆਂਗੇ, मल्टी सैलूलर ऑर्गेनिज्म बोलते हैं। फॉर एग्जाम्पल ह्यूमन बीइंग, कैट, न्यू बॉर्न बेबी। इट मीनस जो भी एनिमल्स जो सानू विजिबल है, प्लांट या एनिमल जो लिविंग है तो सानू विजिबल है, ਉਹ ਹਮੇਸ਼ਾ ਕਿਤੋਂ ਬਣਿਆ ਹੁੰਦਾ ਗਾ, ਮਲਟੀ ਸੈਲੂਲਰ ਆਰਗੈਨਿਜ਼ਮ। ਮਤਲਬ ਉਹ ਤੋਂ ਉਹਦੇ ਵਿੱਚ ਉਹਦੀ ਬੋਡੀ ਦੇ ਵਿੱਚ ਕੀ ਹੈਗੇ ਬਹੁਤ ਸਾਰੇ ਸੈਲਸ ਹੁੰਦੇ ਆ। ਨੈਕਸਟ ਦੇਖੋ ਆਲ ਲਿਵਿੰਗ ਬੀਇੰਗਸ ਕੈਨ ਗਰੋ। ਤਾਂ ਜੋ ਵੀ ਲਿਵਿੰਗ ਬੀਇੰਗਸ ਹੈ
ਚਾਹੇ ਉਹ ਪਲਾਂਟ ਹੈ ਚਾਹੇ ਉਹ ਐਨੀਮਲਸ ਦੀ ਕੈਟਾਗਰੀ 'ਚ ਆਉਂਦੇ ਆ, ਉਹ ਹਮੇਸ਼ਾ ਕੀ ਕਰਦੇ ਹੈਗੇ, ਗਰੋ ਕਰਦੇ, ਮਤਲਬ ਇੱਕ ਲਿਮਿਟ ਤੱਕ ਉਹ ਕੀ ਕਰਦੇ ਹੈਗੇ, ਗਰੋ ਕਰਦੇ ਆ। ਗਰੋਥ ਇਜ਼ ਦਾ ਫੰਡਾਮੈਂਟਲ ਕਰੈਕਟਰ ਆਫ ਆਲ ਲਿਵਿੰਗ ਆਰਗੈਨਿਜ਼ਮ। ਅ ਬੇਬੀ grows into an adult. You might have seen pups of dogs growing into adults। ਤਾਂ ਗਰੋਥ ਕੀ ਹੈਗੀ, ਫੰਡਾਮੈਂਟਲ ਕਰੈਕਟਰ ਹੈ ਕਿ ਇੱਕ ਬਹੁਤ ਜ਼ਰੂਰੀ ਜਾਂ ਬਹੁਤ ਮਹੱਤਵਪੂਰਨ ਕਰੈਕਟਰ ਹੈਗਾ ਕਿਸੇ ਲਿਵਿੰਗ ਬੀਇੰਗਸ ਦਾ। ਕੋਈ ਵੀ ਲਿਵਿੰਗ ਬੀਇੰਗਸ ਹਮੇਸ਼ਾ ਕੀ ਕਰਦਾ ਗਾ, ਗਰੋਥ ਨੂੰ ਸ਼ੋ ਕਰਦਾ ਗਾ। ਠੀਕ ਹੈ, ਤਾਂ ਅਸੀਂ ਡੇਲੀ ਲਾਈਫ ਦੇ ਵਿੱਚ ਜਾਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂਗੇ ਕਿ ਜੋ ਡੋਗ ਦਾ ਬੇਬੀ, ਠੀਕ ਹੈ, ਜੋ ਪਪਸ ਹੁੰਦੇ ਹੈਗੇ, ਜਦੋਂ ਉਹ ਪੈਦਾ ਹੁੰਦੇ ਤਾਂ ਉਹ ਬਹੁਤ ਛੋਟੇ ਸਾਈਜ਼ ਦੇ ਹੁੰਦੇ ਆ, ਜਾਂ ਈਵਨ ਕਿ ਜੋ ਹਿਊਮਨ ਬੇਬੀ ਹੈ, ਠੀਕ ਹੈ, ਉਹ ਵੀ ਕੀ ਹੁੰਦਾ ਗਾ, ਬਹੁਤ ਛੋਟੇ ਸਾਈਜ਼ ਦਾ ਹੁੰਦਾ ਗਾ, ਬਟ ਜਿਵੇਂ ਹੀ ਟਾਈਮ ਟੂ ਟਾਈਮ ਉਹ ਕੀ ਕਰਦੇ ਹੈਗੇ, ਆਪਣੇ ਆਪ ਨੂੰ ਗਰੋ ਕਰਦੇ ਹੈਗੇ। ਨੈਕਸਟ ਦੇਖੋ, ਪਲਾਂਟਸ ਆਲਸੋ ਗਰੋ। ਤਾਂ ਪਲਾਂਟਸ ਵੀ ਕੀ ਕਰਦੇ ਹੈਗੇ, ਗਰੋ ਕਰਦੇ। ਤੁਸੀਂ ਦੇਖਿਆ ਹੋਊਗਾ ਜਦੋਂ ਅਸੀਂ ਕੋਈ ਸੀਡਸ ਕੀ ਹੈਗੇ ਮਿੱਟੀ ਦੇ ਵਿੱਚ ਲਗਾਉਂਦੇ ਹਾਂ ਤਾਂ ਕੀ ਹੈਗੇ ਥੋੜ੍ਹੇ ਦਿਨਾਂ ਬਾਅਦ, ਠੀਕ ਹੈ, ਪਹਿਲਾਂ ਉਹ ਬਿਲਕੁਲ ਮਤਲਬ ਛੋਟੇ ਜਿਹਾ ਸੀਡਲਿੰਗਸ ਦੇ ਰੂਪ ਦੇ ਵਿੱਚ ਆਉਂਦਾ ਗਾ ਮਿੱਟੀ ਤੋਂ ਬਾਹਰ, ਫਿਰ ਉਹ ਹੌਲੀ ਹੌਲੀ ਕੀ ਕਰਦਾ ਗਾ, ਬਹੁਤ ਵੱਡੇ ਸਾਈਜ਼ ਦਾ ਟਰੀ ਬਣ ਜਾਂਦਾ ਗਾ। ਨੈਕਸਟ ਦੇਖੋ, ਸੀ ਪੁਆਇੰਟ ਕੀ ਹੈਗਾ, ਆਲ ਲਿਵਿੰਗ ਬੀਇੰਗਸ ਕੈਨ ਨੀਡ ਫੂਡ। ਕਿ ਹਰ ਇੱਕ ਜਿਉਂਦੇ ਜਾਗਦੇ ਜੀਵ ਜੰਤੂ ਨੂੰ, ਹਰ ਇੱਕ ਜੀਵ ਜੰਤੂ ਨੂੰ ਕੀ ਹੈਗੀ, ਭੋਜਨ ਦੀ आवश्यकता ਹੁੰਦੀ ਹੈ। ਕਿ ਹਰ ਇੱਕ ਜੀਵ ਜੰਤੂ ਜੋ ਜਿਉਂਦਾ ਜਾਗਦਾ ਗਾ ਉਹ ਹਮੇਸ਼ਾ ਕੀ ਹੈਗਾ, ਭੋਜਨ ਲੈਂਦਾ ਹੀ ਲੈਂਦਾ ਹੈ। ਠੀਕ ਹੈ, ਅਸੀਂ ਦੇਖਦੇ ਹਾਂਗੇ ਕਿ ਚਾਹੇ ਕੋਈ ਜਾਨਵਰ ਹੈ, ਐਨੀਮਲ ਹੈ, ਜਾਂ ਹਿਊਮਨ ਬੀਇੰਗਸ ਜਾਂ ਫਿਰ ਪਲਾਂਟਸ, ਇਹ ਸਾਰੇ ਔਰਗੈਨਿਜ਼ਮਸ ਕੀ ਕਰਦੇ ਹੈਗੇ, ਫੂਡ ਲੈਂਦੇ ਆ। ਨੈਕਸਟ ਪੁਆਇੰਟ ਦੇਖੋ, ਪੁਆਇੰਟ ਡੀ, ਆਲ ਲਿਵਿੰਗ ਬੀਇੰਗਸ ਰਿਸਪੌਂਡ ਟੂ ਸਟੀਮੂਲਸ। ਕਿ ਹਰ ਇੱਕ ਲਿਵਿੰਗ ਬੀਇੰਗਸ ਕੀ ਹੈਗਾ, ਜੋ ਇਨਵਾਇਰਮੈਂਟ ਦੇ ਵਿੱਚ ਉਹਨੂੰ ਕੋਈ ਸਟੀਮੂਲਸ ਮਿਲਦਾ ਗਾ ਉਹਨੂੰ ਕੀ ਕਰਦੇ ਹੈਗੇ, ਰਿਸਪੌਂਸ ਕਰਦੇ ਆ। ਲਿਵਿੰਗ ਥਿੰਗਸ ਰਿਸਪੌਂਡ ਟੂ ਇਮੀਡੀਏਟ ਐਂਡ ਲੌਂਗ ਟਰਮ ਚੇਂਜ ਇਨ ਦੇਅਰ ਇਨਵਾਇਰਮੈਂਟ। ਕਿ ਜੋ ਲਿਵਿੰਗ ਬੀਇੰਗਸ ਹੈਗੀ ਉਹ ਲੌਂਗ ਟਰਮ ਜਾਂ ਫਿਰ ਜੋ ਇਮੀਡੀਏਟ ਚੇਂਜਸ ਆਉਂਦੇ ਹੈਗੇ ਉਹਨਾਂ ਨੂੰ ਕੀ ਕਰਦੇ ਹੈਗੇ, ਰਿਸਪੌਂਡ ਕਰਦੇ ਹੈਗੇ। ਸਚ ਚੇਂਜਸ ਇਨ ਇਨਵਾਇਰਮੈਂਟ ਦੈਟ ਮੇਕ ਅਸ ਰਿਸਪੌਂਡ ਟੂ ਦੈਮ ਆਰ ਕਾਲਡ ਸਟੀਮੂਲਸ। ਤਾਂ ਵਾਤਾਵਰਨ ਦੇ ਵਿੱਚ ਹੋਣ ਵਾਲੇ ਉਹ ਚੇਂਜਸ ਜੋ ਸਾਨੂੰ ਰਿਸਪੌਂਡ ਕਰਨ ਲਈ ਮਜਬੂਰ ਕਰ ਦਿਆਂਗੇ ਜਾਂ ਜਿਨ੍ਹਾਂ ਨੂੰ ਅਸੀਂ ਰਿਸਪੌਂਡ ਕਰ ਦਿਆਂਗੇ ਉਹਨਾਂ ਚੇਂਜਸ ਨੂੰ ਅਸੀਂ ਕੀ ਬੋਲ ਦਿਆਂਗੇ, ਸਟੀਮੂਲਸ ਬੋਲ ਦਿਆਂਗੇ। ਵੀ ਮਸਟ ਹੈਵ ਸੀਨ ants ਅਰਾਊਂਡ ਅ ਸਵੀਟ ਸਬਸਟੈਂਸ। In this case, fragrance of a sweet substance is stimulus and movement of ant toward it is called the response। ਤਾਂ ਅਸੀਂ ਡੇਲੀ ਲਾਈਫ ਦੇ ਵਿੱਚ ਛੋਟੀ ਜਿਹੀ ਐਗਜ਼ਾਮਪਲ ਦੇਖ ਦਿਆਂਗੇ ਕਿ ਅਗਰ ਕੋਈ ਵੀ ਮਿਠਾਈ ਜਾਂ ਕੋਈ ਵੀ ਖਾਣ ਵਾਲੀ ਚੀਜ਼, ਠੀਕ ਹੈ, ਅਗਰ ਉਹ ਖੁੱਲੀ ਪਈ ਹੈ ਬਾਹਰ ਤਾਂ ਉਹਦੇ ਨੇੜੇ ਤੇੜੇ ਕੀ ਹੈਗਾ, ਕੀੜੀਆਂ ਦਾ ਝੁੰਡ ਬਣ ਜਾਂਦਾ ਗਾ। ਤਾਂ ਜੋ ਫ੍ਰੈਗਨੈਂਸ ਹੈ, ਜੋ ਉਸ ਫੂਡ ਦੀ ਸਮੈਲ ਹੈ, ਉਹ ਕੀ ਹੈਗੀ, ਸਟਿਮੂਲਸ ਹੈ, ਕਿਉਂਕਿ ਉਹ ਮਜਬੂਰ ਕਰਦੀ ਹੈ, ਉਹ ਕੀੜੀਆਂ ਤੱਕ ਪਹੁੰਚਦੀ ਹੈ ਤਾਂ ਕੀੜੀਆਂ ਉਸ ਫੂਡ ਵੱਲ ਕੀ ਹੈਗਾ, ਖਿੱਚੀ ਆਉਂਦੀਆਂ ਹੈ। ਤਾਂ ਜੋ ਸਟਿਮੂਲਸ ਕੀ ਹੈਗਾ, ਫ੍ਰੈਗਨੈਂਸ ਆਫ ਦਾ ਫੂਡ। ਬਟ ਜੋ ਮੂਵਮੈਂਟ ਆਫ ਆਂਟਸ ਹੈ ਕਿ ਉਹ ਆਂਟਸ ਕੀ ਹੈਗੀ ਉਹਦੇ ਵੱਲ, ਫੂਡ ਵੱਲ ਆ ਰਹੀਆਂ ਹੈਗੀਆਂ ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂਗੇ, ਰਿਸਪੌਂਸ ਬੋਲਦੇ ਹਾਂ। ਨੈਕਸਟ ਪੁਆਇੰਟ ਦੇਖੋ, ਆਲ ਲਿਵਿੰਗ ਬੀਇੰਗਸ ਹੈਵ ਡੈਫੀਨੇਟ ਲਾਈਫ ਸਪੈਨ। ਕਿ ਹਰ ਇੱਕ ਜਿਉਂਦੇ ਜਾਗਦੇ ਜੀਵ ਜੰਤੂ ਦਾ, ਹਰ ਇੱਕ ਜੀਵ ਜੰਤੂ ਦਾ ਆਪਣਾ ਕੀ ਹੁੰਦਾ ਗਾ, ਟਾਈਮ ਪੀਰੀਅਡ ਹੁੰਦਾ, ਮਤਲਬ ਇੱਕ ਐਵਰੇਜ ਲਾਈਫ ਸਪੈਨ ਹੁੰਦਾ ਕਿ ਉਹ ਲਿਵਿੰਗ ਬੀਇੰਗਸ ਕਿੰਨੇ ਟਾਈਮ ਤੱਕ ਅੱਗੇ ਜਿਉਂਦੇ ਰਹਿ ਸਕਦੇ। ਦ ਡਿਊਰੇਸ਼ਨ ਆਫ ਲਾਈਫ ਫॉर ਵਿਚ ਅ ਲਿਵਿੰਗ ਥਿੰਗਸ ਲਾਈਫਸ ਇਜ਼ ਕਾਲਡ ਇਟਸ ਲਾਈਫ ਸਪੈਨ। ਕਿ ਉਹ ਵਾਲਾ ਟਾਈਮ ਡਿਊਰੇਸ਼ਨ ਜਿੰਨਾ ਟਾਈਮ ਕੋਈ ਜੀਵ ਜੰਤੂ ਕੀ ਹੈਗੇ ਜਿਉਂਦੇ ਰਹਿੰਦੇ ਹੈਗੇ ਅਸੀਂ ਉਹਨੂੰ ਕੀ ਬੋਲ ਦਿਆਂਗੇ, ਲਾਈਫ ਸਪੈਨ ਬੋਲਦੇ ਹਾਂ। ਸਮ ਔਰਗੈਨਿਜ਼ਮ ਲਾਈਕ ਟੋਰਟਵਾਈਜ਼ live for more than 100 years and some insect live only for few days or few months। ਤਾਂ ਇਹ ਲਾਈਫ ਸਪੈਨ ਹੈ, ਇਹ ਅਲੱਗ-ਅਲੱਗ ਜੀਵ ਜੰਤੂ ਦਾ ਆਪਣਾ ਅਲੱਗ-ਅਲੱਗ ਹੁੰਦਾ। ਠੀਕ ਹੈ, ਫੋਰ ਐਗਜ਼ਾਮਪਲ ਜਿਵੇਂ ਅਸੀਂ ਦੇਖਦੇ ਹਾਂਗੇ, ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੇ ਕਿ ਟੋਰਟਵਾਈਜ਼ ਇੱਕ ਅਜਿਹਾ ਜੀਵ ਹੈ, ਇੱਕ ਅਜਿਹਾ ਜਾਨਵਰ ਹੈ ਜੋ ਕਿ ਹੈਗਾ 100 ਸਾਲ ਤੋਂ ਜ਼ਿਆਦਾ ਕੀ ਹੈਗਾ ਜਿਉਂਦਾ ਰਹਿ ਸਕਦਾ। ਬਟ ਅਸੀਂ ਕਈ ਇਨਸੈਕਟਸ ਅਜਿਹੇ ਦੇਖੇ ਹੈਗੇ ਜਿਨ੍ਹਾਂ ਦਾ ਲਾਈਫ ਸਪੈਨ ਕੀ ਹੁੰਦਾ ਗਾ, ਬਹੁਤ ਜ਼ਿਆਦਾ ਘੱਟ ਹੁੰਦਾ ਗਾ। ਠੀਕ ਹੈ, ਤਾਂ ਨੈਕਸਟ ਦੇਖੋ, ਉਹਨਾਂ ਨੇ ਕੁਛ ਟੇਬਲ ਦੇ ਵਿੱਚ ਕੁਛ ਜੀਵ ਜੰਤੂਆਂ ਦਾ ਕੀ ਦਿੱਤਾ ਗਾ, ਲਾਈਫ ਸਪੈਨ ਦਿੱਤਾ। ਜਿਵੇਂ ਫੋਰ ਐਗਜ਼ਾਮਪਲ ਬੈਕਟੀਰੀਆ ਸਿਰਫ 20 ਮਿੰਟਸ ਤੱਕ ਕੀ ਹੈਗੇ ਜਿਉਂਦੇ ਰਹਿ ਸਕਦੇ, ਉਸ ਤੋਂ ਬਾਅਦ ਉਹ ਆਪਣੇ ਆਪ ਹੀ ਕੀ ਹੋ ਜਾਂਦੇ ਹੈਗੇ, ਡੈਡ ਹੋ ਜਾਂਦੇ। ਹਾਊਸ ਫਲਾਈ, ਘਰ ਦੀ ਮੱਖੀ ਜੋ ਨੋਰਮਲੀ ਅਸੀਂ ਆਲੇ ਦੁਆਲੇ ਦੇਖਦੇ ਹਾਂਗੇ, ਉਹਦਾ ਲਾਈਫ ਸਪੈਨ ਕਿੰਨਾ ਹੁੰਦਾ ਗਾ, 1 to 4 ਈਅਰ। ਉਹ 4 ਸਾਲ ਤੱਕ ਕੀ ਜਿਉਂਦੀ ਰਹਿ ਸਕਦੀ ਹੈ। ਠੀਕ ਹੈ, ਇਹ ਤਾਂ ਜਸਟ ਐਵਰੇਜ ਹੈ, ਮੀਨਸ ਇਹ ਜਸਟ ਇੱਕ ਐਵਰੇਜ ਲਾਈਫ ਸਪੈਨ ਹੈਗਾ। ਕੁਛ ਕੁ ਜੀਵ ਜੰਤੂ ਤੋਂ ਪਹਿਲਾਂ ਮਤਲਬ ਆਪਣਾ ਲਾਈਫ ਸਪੈਨ, ਆਪਣਾ ਲਾਈਫ ਟਾਈਮ ਕੰਪਲੀਟ ਕਰ ਜਾਂਦੇ ਹੈਗੇ ਅਤੇ ਕੁਛ ਕੁ ਜੀਵ ਜੰਤੂ ਕੀ ਹੈਗੇ ਇਹ ਤੋਂ ਜ਼ਿਆਦਾ ਟਾਈਮ ਵੀ ਕੀ ਹੈਗੇ ਜਿਉਂਦੇ ਰਹਿ ਸਕਦੇ। ਹੋਰਸ ਦਾ ਕਿੰਨਾ ਗਾ, 25 to 30 ਈਅਰਸ, ਡੋਗ ਦਾ 15 to 18 ਈਅਰਸ, ਲਾਇਨ ਦਾ 20 to 25 ਈਅਰਸ, ਮੈਨ ਦਾ ਕਿੰਨਾ ਗਾ 80 to 100 ਈਅਰਸ। ਤਾਂ ਇਹ ਐਵਰੇਜ ਹੈ। ਠੀਕ ਹੈ, ਕੋਈ ਮਤਲਬ ਕਿਸੇ ਇਨਵਾਇਰਮੈਂਟਲ ਸਥਿਤੀ ਦੇ ਕਾਰਨ ਇਹ ਘੱਟ ਵੱਧ ਵੀ ਕੀ ਹੈਗਾ ਹੋ ਸਕਦਾ ਹੈਗਾ।
नेक्स्ट पॉइंट देखो, ऑल लिविंग बीइंग्स रिप्रोड्यूस टू प्रोड्यूस न्यू ऑर्गेनिज्म, कि हर जीव जंतु मतलब हर जो जीवित प्राणी है ਉਹ ਕੀ ਕਰਦਾ ਗਾ, ਰੀਪਰੋਡਿਊਸ ਕਰਦਾ। ਰੀਪਰੋਡਿਊਸ ਦਾ ਪ੍ਰੋਸੈਸ ਕੀ ਹੈਗਾ ਕਿ ਆਪਣੇ ਵਰਗੇ ਹੋਰ ਨਵੇਂ ਜੀਵ ਪੈਦਾ ਕਰਨਾ। ਤਾਂ ਅਸੀਂ ਦੇਖਦੇ ਹਾਂਗੇ ਕਿ ਹਰ ਇੱਕ ਜੀਵ ਆਪਣੇ ਵਰਗੇ ਹੋਰ ਨਵੇਂ ਜੀਵ ਕੀ ਕਰਦਾ ਗਾ, ਪੈਦਾ ਕਰਦਾ ਗਾ। ਈਵਨ ਕਿ ਪਲਾਂਟਸ, ਠੀਕ ਹੈ, ਈਵਨ ਕਿ ਪਲਾਂਟ ਆਲਸੋ ਰੀਪਰੋਡਿਊਸ, ਕਿ ਪਲਾਂਟਸ ਵੀ ਕੀ ਕਰਦੇ ਹੈਗੇ, ਰੀਪਰੋਡਿਊਸ ਕਰਦੇ ਹੈਗੇ। ਤਾਂ ਉਹ ਮਤਲਬ ਪਲਾਂਟਸ ਇੱਕ ਸੀਡਸ ਦੀ ਫਾਰਮ ਦੇ ਵਿੱਚ ਆਪਣਾ ਜੈਨੇਟਿਕ ਮਟੀਰੀਅਲ ਸਟੋਰ ਕਰਦੇ ਆ। ਤਾਂ ਉਸ ਸੀਡਸ ਨੂੰ ਜਦੋਂ ਅਸੀਂ ਕੋਈ ਕੀ ਹੈਗੇ ਇਨਵਾਇਰਮੈਂਟ, ਵਧੀਆ ਇਨਵਾਇਰਮੈਂਟ ਪ੍ਰੋਵਾਈਡ ਕਰਾਉਂਦੇ ਹਾਂ, ਸੁਟੇਬਲ ਇਨਵਾਇਰਮੈਂਟ ਉਹਨੂੰ ਦਿੰਦੇ ਹਾਂ, ਤਾਂ ਉਹ ਜੋ ਸੀਡਸ ਹੈ ਉਹ ਇੱਕ ਪੂਰੇ ਪਲਾਂਟਸ ਦੇ ਵਿੱਚ ਕੀ ਕਰ ਜਾਂਦੇ ਹੈਗੇ, ਗਰੋ ਕਰ ਜਾਂਦੇ ਆ। ਨੈਕਸਟ ਪੁਆਇੰਟ ਦੇਖੋ, ਆਲ ਲਿਵਿੰਗਸ ਬੀਇੰਗ ਰੈਸਪਾਇਰ, ਕਿ ਹਰ ਇੱਕ ਜੀਵ ਜੰਤੂ ਕੀ ਕਰਦਾ ਗਾ, ਰੈਸਪਾਇਰ ਕਰਦਾ, ਮਤਲਬ ਸਾਹ ਲੈਂਦਾ ਗਾ। ਠੀਕ ਹੈ, ਰੈਸਪੀਰੇਸ਼ਨ ਦਾ ਪ੍ਰੋਸੈਸ ਕੀ ਹੁੰਦਾ ਗਾ, ਸਾਹ ਲੈਣ ਦੀ ਕਿਰਿਆ। ਤਾਂ ਅਗਰ ਅਸੀਂ ਹਿਊਮਨ ਦੀ ਗੱਲ ਕਰੀਏ ਤਾਂ ਹਿਊਮਨ ਕੀ ਕਰਦੇ ਹੈਗੇ, ਉਹ ਏਅਰ ਦੇ ਵਿੱਚੋਂ ਆਕਸੀਜਨ ਨੂੰ ਤਾਂ ਅੰਦਰ ਲੈ ਕੇ ਜਾਂਦੇ, ਇਨਹੇਲ ਕਰਦੇ ਹੈਗੇ। ਬਟ ਜੋ ਕਾਰਬਨ ਡਾਈਆਕਸਾਈਡ ਬੋਡੀ ਦੇ ਵਿੱਚ ਪ੍ਰੋਡਿਊਸ ਹੁੰਦੇ ਉਹਨੂੰ ਕੀ ਕਰਦੇ ਹੈਗੇ, ਐਕਸਹੇਲ, ਮਤਲਬ ਉਹਨੂੰ ਬੋਡੀ ਤੋਂ ਬਾਹਰ ਕੱਢ ਦਿੰਦੇ ਹੈਗੇ। ਨੈਕਸਟ ਦੇਖੋ, ਆਲ ਲਿਵਿੰਗ ਬੀਇੰਗਸ ਐਕਸਕ੍ਰੀਟ ਵੇਸਟ, ਕਿ ਹਰ ਜਿਉਂਦਾ ਜਾਗਦੇ ਜੀਵ ਆਪਣੀ ਬੋਡੀ ਦੇ ਵਿੱਚ ਪੈਦਾ ਹੋਏ ਫਾਲਤੂ ਪਦਾਰਥ ਨੂੰ ਬੋਡੀ ਤੋਂ ਬਾਹਰ ਕੱਢਦੇ ਹੈਗੇ। ਠੀਕ ਹੈ, ਤਾਂ ਜਿਵੇਂ ਅਸੀਂ ਹਰ ਦੇਖਦੇ ਹਾਂ ਕਿ ਜੋ ਫੂਡ ਅਸੀਂ ਲੈਂਦੇ ਹਾਂ, ਠੀਕ ਹੈ, ਤਾਂ ਉਹ ਕੀ ਹੈਗਾ, ਡਾਈਜੈਸਟ ਹੁੰਦਾ। ਡਾਈਜੈਸਟ ਹੋਣ ਤੋਂ ਬਾਅਦ ਉਹ ਆਪਣੇ ਬਲੱਡ ਦੇ ਵਿੱਚ ਕੀ ਹੈਗਾ, ਅਸੀਮੀਲੇਟ ਹੁੰਦਾ ਗਾ। ਬਟ ਜੋ ਮਟੀਰੀਅਲ, ਵੇਸਟ ਮਟੀਰੀਅਲ ਬਚ ਜਾਂਦਾ ਗਾ, ਉਹ ਆਪਣੀ ਬੋਡੀ ਤੋਂ ਕੀ ਹੈਗਾ, ਬਾਹਰ ਚਲਾ ਜਾਂਦਾ ਗਾ। ਸੇਮ ਅਗਰ ਇਹ ਜੋ ਵਾਟਰ ਅਸੀਂ ਲੈਂਦੇ ਹਾਂ, ਠੀਕ ਹੈ, ਜੋ ਅਸੀਂ ਪਾਣੀ ਪੀਂਦੇ ਹੈਗੇ, ਉਹਦਾ ਜਿੰਨਾ ਕੁ ਅਮਾਊਂਟ ਸਾਡੀ ਬੋਡੀ ਦੇ ਵਿੱਚ ਚਾਹੀਦਾ ਹੁੰਦਾ ਗਾ ਉਹ ਯੂਜ਼ ਹੋ ਜਾਂਦਾ ਗਾ। ਬਾਕੀ ਕੀ ਕਰਦਾ, ਬਾਕੀ ਪਾਣੀ ਜੋ ਮਤਲਬ ਅਸੀਂ ਕਹਿੰਦੇ ਕਿ ਐਕਸਟਰਾ ਵਾਟਰ ਹੈ, ਉਹ ਆਪਣੀ ਬੋਡੀ ਦੇ ਵਿੱਚੋਂ ਕੀ ਹੈਗਾ, ਯੂਰੀਨ ਦੀ ਫਾਰਮ ਦੇ ਵਿੱਚ ਬਾਹਰ ਆ ਜਾਂਦਾ ਗਾ। ਨੈਕਸਟ ਪੁਆਇੰਟ ਦੇਖੋ, ਆਲ ਲਿਵਿੰਗ ਬੀਇੰਗਸ ਸ਼ੋ ਮੂਵਮੈਂਟ, ਕਿ ਹਰ ਇੱਕ ਜੀਵ ਜੰਤੂ ਕੀ ਕਰਦੇ ਹੈਗੇ, ਮੂਵਮੈਂਟ ਸ਼ੋ ਕਰਦੇ ਹੈਗੇ। ਤਾਂ ਜਿਵੇਂ ਅਸੀਂ ਦੇਖਿਆ ਕਿ ਐਨੀਮਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਆ, ਮਤਲਬ ਉਹਨਾਂ ਦੇ ਮੂਵ ਕਰਨ ਦੇ ਰੀਜ਼ਨ ਅਲੱਗ-ਅਲੱਗ ਹੋ ਸਕਦੇ ਆ, ਜਾਂ ਜੋ ਉਹਨਾਂ ਦੇ ਕਾਮਨ ਰੀਜ਼ਨ ਹੁੰਦੇ ਹੈਗੇ ਉਹ ਕੀ ਹੁੰਦੇ ਹੈਗੇ ਕਿ ਜਾਂ ਤਾਂ ਉਹ ਫੂਡ ਦੀ ਸਰਚ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹੈਗੇ, ਜਾਂ ਫਿਰ ਸ਼ੈਲਟਰ ਦੇ ਲਈ, ਠੀਕ ਹੈ, ਜਾਂ ਫਿਰ ਰਿਪਰੋਡਕਸ਼ਨ ਦੇ ਲਈ, ਬਰੀਡਿੰਗ ਦੇ ਲਈ। ਮਤਲਬ ਉਹ ਡਿਪੈਂਡ ਕਰਦਾ ਗਾ ਕਿ ਕੋਈ ਵੀ ਲਿਵਿੰਗ ਬੀਇੰਗਸ ਕੀ ਹੈਗਾ ਇੱਕ ਥਾਂ ਤੋਂ ਦੂਜੀ ਥਾਂ 'ਤੇ, ਵਨ ਪਲੇਸ ਟੂ ਅਨਦਰ ਪਲੇਸ ਕਿਉਂ ਮੂਵ ਕਰਦੇ ਹੈਗੇ। ਤਾਂ ਦੇਖੋ, ਐਨੀਮਲਸ ਮੂਵ ਫਰੋਮ ਵਨ ਪਲੇਸ ਟੂ ਅਨਦਰ ਇਨ ਸਰਚ ਆਫ ਫੂਡ, ਠੀਕ ਹੈ, ਕਿ ਮਤਲਬ ਸਮ ਐਨੀਮਲਸ ਕੀ ਕਰਦੇ ਹੈਗੇ, ਫੂਡ ਦੀ ਸਰਚ ਦੇ ਵਿੱਚ ਕੀ ਹੈਗੇ, ਮੂਵ ਕਰਦੇ ਹੈਗੇ। ਦੇ ਪ੍ਰੋਟੈਕਟ ਦੈਮਸੈਲਫ ਫਰੋਮ ਦੇਅਰ ਐਨੀਮੀਜ਼ ਐਂਡ ਨੈਚੁਰਲ ਕਲਾਈਮੇਟੀਜ਼ ਐਕਸੈਕਟਰਾ ਬਾਈ ਮੂਵਿੰਗ ਅਵੇ, ਕਿ ਕਈ ਵਾਰ ਜੋ ਔਰਗੈਨਿਜ਼ਮ ਹੈਗੇ ਉਹ ਇਨਵਾਇਰਮੈਂਟ ਦੀ ਡਿਫਿਕਲਟ ਕੰਡੀਸ਼ਨਸ ਤੋਂ ਬਚਣ ਲਈ ਮੂਵ ਕਰਦੇ ਆ, ਜਾਂ ਫਿਰ ਆਪਣੇ ਆਪ ਨੂੰ ਆਪਣੇ ਐਨੀਮੀਜ਼ ਤੋਂ ਬਚਾਉਣ ਦੇ ਲਈ। ਐਨੀਮਲ ਆਲਸੋ ਸਵਿਮ, ਕ੍ਰੋਲ, ਰਨ ਔਰ ਫਲਾਈ, ਕਿ ਜੋ ਐਨੀਮਲਸ ਹੈ ਉਹਨਾਂ ਦੀ ਮੂਵਮੈਂਟ ਦਾ ਪੈਟਰਨ ਕੀ ਹੁੰਦਾ ਗਾ, ਅਲੱਗ-ਅਲੱਗ ਹੁੰਦਾ ਗਾ। ਜਿਵੇਂ ਐਕੁਐਟਿਕ ਐਨੀਮਲ ਸਵਿਮ ਕਰਦੇ ਹੈਗੇ, ਠੀਕ ਹੈ, ਕੋਈ ਰਨ ਕਰਦੇ ਆ, ਕੋਈ ਫਲਾਈ ਕਰਦੇ ਆ। ਤਾਂ ਮਤਲਬ ਉਹ ਐਨੀਮਲਸ ਦਾ ਜੋ ਮੂਵਮੈਂਟ ਦਾ ਪੈਟਰਨ ਹੈ ਉਹ ਕੀ ਹੁੰਦਾ ਗਾ, ਅਲੱਗ-ਅਲੱਗ ਹੁੰਦਾ ਗਾ। ਪਲਾਂਟਸ ਡੂ ਨੋਟ ਮੂਵ ਫਰੋਮ ਵਨ ਪਲੇਸ ਟੂ ਅਨਦਰ, ਅਸੀਂ ਮੰਨਦੇ ਹਾਂ ਕਿ ਜੋ ਪਲਾਂਟਸ ਹੈਗੇ ਉਹ ਲਿਵਿੰਗ ਔਰਗੈਨਿਜ਼ਮ ਦੀ ਕੈਟਾਗਰੀ 'ਚ ਆਉਂਦੇ ਹੈਗੇ, ਬਟ ਪਲਾਂਟਸ ਕੀ ਹੈਗੇ ਮੂਵ ਨਹੀਂ ਕਰ ਸਕਦੇ। ਪਲਾਂਟਸ ਵਨ ਪਲੇਸ ਟੂ ਅਨਦਰ ਪਲੇਸ ਮੂਵ ਨਹੀਂ ਕਰ ਸਕਦੇ, ਬਟ ਜੋ ਪਲਾਂਟਸ ਹੈ ਉਹ ਆਪਣੇ ਬੋਡੀ ਪਾਰਟਸ ਨੂੰ, ਠੀਕ ਹੈ, ਕੀ ਹੈਗੇ ਮੂਵ ਕਰ ਸਕਦੇ ਆ। ਜਿਵੇਂ ਅਸੀਂ ਦੇਖਿਆ ਗਾ ਕਿ ਜੋ ਪਲਾਂਟਸ ਹੈਗੇ, ਪਲਾਂਟਸ ਦੀ ਜੋ ਬ੍ਰਾਂਚਿਸ ਹੁੰਦੀਆਂ ਹੈਗੀਆਂ ਉਹ ਕੀ ਕਰਦੀਆਂ ਹੈਗੀਆਂ, ਮੂਵ ਕਰਦੀਆਂ ਹੈਗੀਆਂ। ਦੇ ਸ਼ੋ ਸਮੋਲ ਮੂਵਮੈਂਟ ਸਚ ਐਜ਼ ਦਾ ਓਪਨਿੰਗ ਐਂਡ ਕਲੋਜ਼ਿੰਗ ਆਫ ਦਾ ਪਲਾਂਟਸ। ਤਾਂ ਇਹ ਤੋਂ ਇਲਾਵਾ ਜੋ ਪਲਾਂਟਸ ਹੈ ਉਹ ਓਪਨਿੰਗ ਐਂਡ ਕਲੋਜ਼ਿੰਗ ਆਫ ਪਲਾਂਟਸ ਦੀ ਮੂਵਮੈਂਟ ਸ਼ੋ ਕਰਦੇ ਆ, ਠੀਕ ਹੈ। ਅਤੇ ਜਿਵੇਂ ਅਸੀਂ ਸਟੋਮੈਟਾ ਦੀ ਓਪਨਿੰਗ ਅਤੇ ਕਲੋਜ਼ਿੰਗ ਦੀ ਮੂਵਮੈਂਟ ਸ਼ੋ ਕਰਦੇ ਹੈਗੇ, ਤਾਂ ਉਹ ਕੁਛ ਕੁ ਮੂਵਮੈਂਟ ਕੀ ਹੈਗੇ ਸ਼ੋ ਕਰਦੇ ਹੈਗੇ। ਤਾਂ ਇਸ ਵੀਡੀਓ ਦੇ ਵਿੱਚ ਰਾਜੇ ਅਸੀਂ ਇਹਨਾਂ ਚੈਪਟਰ ਹੀ ਕਵਰ ਕਰਾਂਗੇ, ਬਾਕੀ ਅੱਗੇ ਦਾ ਚੈਪਟਰ ਅਸੀਂ ਨੈਕਸਟ ਵੀਡੀਓ 'ਚ ਦੇਖਾਂਗੇ, ਠੀਕ ਹੈ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।